ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਵੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। 6ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਕਵਿਤਾ ਬਸੰਤ ਦੇ ਬਾਰੇ ਗੱਲਬਾਤ ਕਰਾਂਗੇ। ਬਸੰਤ ਕਵਿਤਾ ਆਧੁਨਿਕ ਕਵੀ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਹੈ। ਧਨੀ ਰਾਮ ਚਾਤ੍ਰਿਕ ਜੀ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪਿੰਡ ਪੱਸੀਆਂਵਾਲਾ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਪਿਤਾ ਸ੍ਰੀ ਪੋਹੂ ਮੱਲ ਦੇ ਘਰ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਜੀ ਦੀ ਕੁੱਖੋਂ ਹੋਇਆ। ਧਨੀ ਰਾਮ ਚਾਤ੍ਰਿਕ ਜੀ ਦੀ ਕਵਿਤਾ ਵਿੱਚ ਪੰਜਾਬ ਦਾ ਸੱਭਿਆਚਾਰ ਠਾਠਾਂ ਮਾਰਦਾ ਹੈ। ਪੰਜਾਬੀ ਬੋਲੀ ਨਾਲ ਪਿਆਰ ਵੀ ਫੁੱਟ ਪੈਂਦਾ ਹੈ। ਆਪ ਜੀ ਦੀ ਭਾਸ਼ਾ ਬਹੁਤ ਸਰਲ ਅਤੇ ਠੇਠ ਪੰਜਾਬੀ ਹੈ। ਬਸੰਤ ਕਵਿਤਾ ਵਿੱਚ ਧਨੀ ਰਾਮ ਚਾਤ੍ਰਿਕ ਜੀ ਨੇ ਬਸੰਤ ਰੁੱਤ ਦਾ ਵਰਣਨ ਕੀਤਾ ਹੈ। ਹੁਣ ਅਸੀਂ ਕਵਿਤਾ ਨੂੰ ਪੜ੍ਹਾਂਗੇ, ਔਖੇ ਸ਼ਬਦਾਂ ਦੇ ਅਰਥ ਕਰਾਂਗੇ ਅਤੇ ਕਾਵਿ ਸਤਰਾਂ ਦੀ ਵਿਆਖਿਆ ਕਰਾਂਗੇ। ਕੱਕਰਾਂ ਨੇ ਲੁੱਟ-ਪੁੱਟ ਨੰਗ ਕਰ ਛੱਡੇ ਰੁੱਖ, ਹੋ ਗਏ ਨਿਹਾਲ ਅੱਜ ਪੁੰਗਰ ਕੇ ਡਾਲੀਆਂ, ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ, ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ। ਕੱਕਰ ਸ਼ਬਦ ਦਾ ਅਰਥ ਹੈ ਸਿਆਲ ਦੀ ਰੁੱਤ ਦਾ ਕੋਰਾ। ਨੰਗ ਸ਼ਬਦ ਦਾ ਅਰਥ ਹੈ ਪੱਤਿਆਂ ਤੋਂ ਸੱਖਣੇ ਕਰ ਦਿੱਤਾ। ਨਿਹਾਲ ਸ਼ਬਦ ਦਾ ਅਰਥ ਹੈ ਖੁਸ਼। ਬੋਟ ਸ਼ਬਦ ਦਾ ਅਰਥ ਹੈ ਪੰਛੀਆਂ ਦੇ ਨਿੱਕੇ ਨਿੱਕੇ ਬੱਚੇ। ਧਨੀ ਰਾਮ ਚਾਤ੍ਰਿਕ ਜੀ ਬਸੰਤ ਰੁੱਤ ਦਾ ਵਰਣਨ ਕਰਦੇ ਹੋਏ ਕਹਿੰਦੇ ਹਨ ਕਿ ਸਿਆਲ ਦੀ ਕੱਕਰਾਂ ਭਰੀ ਠੰਡੀ ਰੁੱਤ ਨੇ ਰੁੱਖਾਂ ਦੇ ਪੱਤੇ ਸੁਕਾ ਕੇ ਝਾੜ ਦਿੱਤੇ ਹਨ। ਇਸ ਤਰ੍ਹਾਂ ਉਸ ਨੇ ਰੁੱਖਾਂ ਦੇ ਪੱਤੇ ਲੁੱਟ ਕੇ ਉਹਨਾਂ ਨੂੰ ਨੰਗ ਮੁਨੰਗ ਕਰ ਦਿੱਤਾ ਸੀ। ਪਰ ਅੱਜ ਬਸੰਤ ਰੁੱਤ ਦੇ ਆਉਣ ਤੇ ਡਾਲੀਆਂ ਦੇ ਪੁੰਗਰਨ ਨਾਲ ਉਹ ਖੁਸ਼ ਹੋ ਗਏ ਹਨ। ਕਚਾਹ ਵਰਗੀਆਂ ਕੂਲੀਆਂ ਵਿੱਚ ਜਾਨ ਪੈ ਗਈ ਜਾਪਦੀ ਹੈ ਅਤੇ ਉਹਨਾਂ ਉੱਪਰ ਨਿਕਲੇ ਨਿੱਕੇ ਨਿੱਕੇ ਨਵੇਂ ਪੱਤੇ ਇੰਜ ਜਾਪਦੇ ਹਨ ਜਿਵੇਂ ਪੰਛੀਆਂ ਦੇ ਬੋਟਾਂ ਨੂੰ ਨਿੱਕੇ ਨਿੱਕੇ ਖੰਭ ਨਿਕਲ ਆਏ ਹੋਣ। ਬਾਗਾਂ ਵਿੱਚ ਬੂਟਿਆਂ ਨੇ ਡੋਡੀਆਂ ਉਭਾਰੀਆਂ ਤੇ ਮਿੱਠੀ ਮਿੱਠੀ ਪੌਣ ਆ ਕੇ ਸੁੱਤੀਆਂ ਉਠਾਲੀਆਂ, ਖਿੜ ਖਿੜ ਹੱਸਦੀਆਂ ਵਸਿਆ ਜਹਾਨ ਵੇਖ, ਗੁੱਟੇ ਉੱਤੇ ਕੇਸਰ ਗੁਲਾਬ ਉੱਤੇ ਲਾਲੀਆਂ। ਧਨੀ ਰਾਮ ਚਾਤ੍ਰਿਕ ਜੀ ਕਹਿੰਦੇ ਹਨ ਕਿ ਬਸੰਤ ਰੁੱਤ ਆਉਣ ਤੇ ਬਾਗਾਂ ਵਿੱਚ ਬੂਟਿਆਂ ਨੇ ਡੋਡੀਆਂ ਕੱਢ ਲਈਆਂ ਹਨ ਅਤੇ ਮੱਠੀ ਮੱਠੀ ਹਵਾ ਨੇ ਸੁੱਤੀਆਂ ਡੋਡੀਆਂ ਨੂੰ ਜਗਾ ਕੇ ਫੁੱਲਾਂ ਦਾ ਰੂਪ ਦੇ ਦਿੱਤਾ ਹੈ। ਗੇਂਦੇ ਦੇ ਫੁੱਲਾਂ ਉੱਪਰ, ਕੇਸਰ ਅਤੇ ਗੁਲਾਬ ਦੇ ਫੁੱਲਾਂ ਉੱਪਰ ਆਈਆਂ ਲਾਲੀਆਂ ਵਸਦੇ ਜਹਾਨ ਨੂੰ ਦੇਖ ਕੇ ਖਿੜ ਖਿੜ ਹੱਸਦੀਆਂ ਜਾਪਦੀਆਂ ਹਨ। ਫੁੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ, ਹਰੀ ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ, ਬੁਲਬੁਲ ਫੁੱਲ ਫੁੱਲ ਫੁੱਲਾਂ ਦੇ ਸਦਕੇ ਲਏ, ਭੋਰੇ ਲਟਭੌਰਿਆਂ ਨੂੰ ਆਈਆਂ ਖੁਸ਼ਹਾਲੀਆਂ। ਫੁੱਲ ਫੁੱਲ ਸ਼ਬਦ ਦਾ ਅਰਥ ਹੈ ਖੁਸ਼ ਹੋ ਕੇ। ਸਦਕੇ ਲਏ ਭਾਵ ਕੁਰਬਾਨ ਜਾਵੇ। ਲਟਭੌਰਿਆਂ ਦਾ ਅਰਥ ਹੈ
ਮਸਤੀ ਨਾਲ ਭਰੇ ਹੋਏ। ਧਨੀ ਰਾਮ ਚਾਤ੍ਰਿਕ ਜੀ ਕਹਿੰਦੇ ਹਨ ਕਿ ਬਸੰਤ ਰੁੱਤ ਦੇ ਸਵਾਗਤ ਵਿੱਚ ਮਾਲੀਆਂ ਨੇ ਹਰੇ ਹਰੇ ਘਾਹ ਦੇ ਵਿਛਾਉਣੇ ਉੱਤੇ ਫੁੱਲਾਂ ਭਰੇ ਗਮਲਿਆਂ ਨੂੰ ਕਤਾਰਾਂ ਬੰਨ੍ਹ ਕੇ ਜੋੜ ਦਿੱਤਾ ਹੈ। ਖੁਸ਼ੀ ਨਾਲ ਫੁੱਲੀ ਹੋਈ ਬੁਲਬੁਲ ਫੁੱਲਾਂ ਤੋਂ ਕੁਰਬਾਨ ਜਾ ਰਹੀ ਹੈ ਅਤੇ ਮਸਤ ਭੌਰੇ ਖੁਸ਼ ਹੋ ਰਹੇ ਹਨ। ਪੰਛੀਆਂ ਨੇ ਗਾਵਿਆ ਹਿੰਡੋਲ ਤੇ ਬਸੰਤ ਰਾਗ, ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ। ਕੇਸਰੀ ਦੁਪੱਟੇ ਨੂੰ ਬਸੰਤ ਕੌਰ ਪਹਿਨ ਜਦੋਂ, ਡੋਰੇਦਾਰ ਨੈਣਾ ਵਿੱਚ ਸੁੱਟੀਆਂ ਗੁਲਾਲੀਆਂ। ਹਿੰਡੋਲ ਤੇ ਬਸੰਤ ਰਾਗ ਖੁਸ਼ੀ ਦੇ ਰਾਗ ਹਨ। ਮੁਰਾਦਾਂ ਸ਼ਬਦ ਦਾ ਅਰਥ ਹੈ ਇਛਾਵਾਂ। ਬਸੰਤ ਕੌਰ ਕਵੀ ਬਸੰਤ ਨੂੰ ਇੱਕ ਸੁੰਦਰ ਇਸਤਰੀ ਦੇ ਰੂਪ ਵਿੱਚ ਦੇਖਦੇ ਹਨ। ਡੋਰੇਦਾਰ ਸ਼ਬਦ ਦਾ ਅਰਥ ਹੈ ਮਸਤੀ ਭਰੀਆਂ। ਗੁਲਾਲੀਆਂ ਸ਼ਬਦ ਦਾ ਅਰਥ ਹੈ ਮਸਤੀ ਦੇ ਰੰਗ। ਕਵੀ ਧਨੀ ਰਾਮ ਚਾਤ੍ਰਿਕ ਜੀ ਕਹਿੰਦੇ ਹਨ ਕਿ ਬਸੰਤ ਰੁੱਤ ਦੇ ਆਉਣ ਤੇ ਪੰਛੀਆਂ ਨੇ ਖੁਸ਼ੀ ਭਰੇ ਹਿੰਡੋਲ ਅਤੇ ਬਸੰਤ ਰਾਗ ਗਾਏ ਹਨ, ਕਿਉਂਕਿ ਰੱਬ ਨੇ ਬੜੇ ਚਿਰਾਂ ਪਿੱਛੋਂ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਕੀਤੀਆਂ ਹਨ। ਬਸੰਤ ਰੂਪੀ ਇਸਤਰੀ ਬਸੰਤ ਕੌਰ ਕੇਸਰੀ ਦੁਪੱਟੇ ਨੂੰ ਪਹਿਨ ਕੇ ਡੋਰੇਦਾਰ ਨੈਣਾ ਵਿੱਚ ਮਸਤੀ ਭਰੀਆਂ ਗੁਲਾਲੀਆਂ ਸੁੱਟ ਰਹੀ ਹੈ। ਇੱਥੇ ਕਵੀ ਨੇ ਬਸੰਤ ਰੁੱਤ ਨੂੰ ਇੱਕ ਸੁੰਦਰ ਇਸਤਰੀ ਦੇ ਰੂਪ ਵਿੱਚ ਦੇਖਿਆ ਹੈ, ਜਿਸ ਨੇ ਕੇਸਰੀ ਦੁਪੱਟਾ ਪਹਿਨਿਆ ਹੋਇਆ ਹੈ ਅਤੇ ਉਸ ਦੀਆਂ ਅੱਖਾਂ ਵਿੱਚ ਮਸਤੀ ਦੇ ਲਾਲ ਡੋਰੇ ਹਨ। ਇਹ ਸੀ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਕਵਿਤਾ ਬਸੰਤ, ਜਿਸ ਦੇ ਔਖੇ ਸ਼ਬਦਾਂ ਦੇ ਅਰਥ ਅਤੇ ਕਾਵ ਸਤਰਾਂ ਦੀ ਵਿਆਖਿਆ ਆਪਾਂ ਕੀਤੀ ਹੈ। ਹੁਣ ਅਸੀਂ ਬਸੰਤ ਕਵਿਤਾ ਬਾਰੇ ਅਭਿਆਸ ਦੇ ਤੌਰ ਤੇ ਕੁਝ ਪ੍ਰਸ਼ਨ ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਖਾਂਗੇ। ਪਹਿਲਾ ਪ੍ਰਸ਼ਨ ਹੈ, ਬੋਟ ਸ਼ਬਦ ਦਾ ਕੀ ਅਰਥ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਬੋਟ ਸ਼ਬਦ ਦਾ ਅਰਥ ਹੈ ਪੰਛੀਆਂ ਦੇ ਨਿੱਕੇ ਨਿੱਕੇ ਬੱਚੇ। ਦੂਸਰਾ ਪ੍ਰਸ਼ਨ ਹੈ, ਕੱਕਰਾਂ ਨੇ ਕੀ ਕੀਤਾ ਸੀ? ਇਸ ਪ੍ਰਸ਼ਨ ਦਾ ਉੱਤਰ ਹੈ, ਕੱਕਰਾਂ ਨੇ ਰੁੱਖਾਂ ਦੇ ਪੱਤੇ ਸੁਕਾ ਕੇ ਝਾੜ ਦਿੱਤੇ ਸਨ। ਅਗਲਾ ਪ੍ਰਸ਼ਨ ਹੈ, ਜਹਾਨ ਸ਼ਬਦ ਦੇ ਸਮਾਨਾਰਥਕ ਸ਼ਬਦ ਲਿਖੋ। ਇਸ ਸ਼ਬਦ ਦਾ ਅਰਥ ਹੈ, ਇਸ ਪ੍ਰਸ਼ਨ ਦਾ ਉੱਤਰ ਹੈ, ਜਹਾਨ ਸ਼ਬਦ ਦੇ ਸਮਾਨਾਰਥਕ ਸ਼ਬਦ ਹਨ ਸੰਸਾਰ, ਦੁਨੀਆ, ਜੱਗ। ਅਗਲਾ ਪ੍ਰਸ਼ਨ ਹੈ, ਬਸੰਤ ਕੌਰ ਨੇ ਕਿਸ ਰੰਗ ਦਾ ਦੁਪੱਟਾ ਪਹਿਨਿਆ ਹੋਇਆ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਬਸੰਤ ਕੌਰ ਨੇ ਕੇਸਰੀ ਰੰਗ ਦਾ ਦੁਪੱਟਾ ਪਹਿਨਿਆ ਹੋਇਆ ਹੈ। ਅਗਲਾ ਪ੍ਰਸ਼ਨ ਹੈ, ਗੁੱਟੇ ਉੱਤੇ ਕੇਸਰ, ਗੁਲਾਬ ਉੱਤੇ ਲਾਲੀਆਂ, ਕਾਵ ਸਤਰ ਵਿੱਚੋਂ ਖਾਸ ਨਾਮ ਦੀ ਚੋਣ ਕਰੋ। ਸਾਨੂੰ ਪਤਾ ਹੈ ਕਿ ਜਿਹੜੇ ਸ਼ਬਦ ਕਿਸੇ ਖਾਸ ਪੁਰਖ, ਇਸਤਰੀ ਜਾਂ ਥਾਂ ਦਾ ਨਾਂ ਪ੍ਰਗਟ ਕਰਨ, ਉਹਨਾਂ ਨੂੰ ਖਾਸ ਨਾਮ ਕਹਿੰਦੇ ਹਨ। ਅਸੀਂ ਇਸ ਕਾਵ ਸਤਰ ਦੇ ਵਿੱਚੋਂ ਖਾਸ ਨਾਮ ਦੀ ਚੋਣ ਕਰਨੀ ਹੈ। ਇਸ ਕਾਵ ਸਤਰ ਦੇ ਵਿੱਚ ਖਾਸ ਨਾਮ ਹਨ ਗੁੱਟੇ, ਕੇਸਰ ਅਤੇ ਗੁਲਾਬ। ਅਗਲਾ ਪ੍ਰਸ਼ਨ ਹੈ, ਕਿਹੜੇ ਕਿਹੜੇ ਫੁੱਲ ਖਿੜੇ ਹਨ?
इस प्रश्न का उत्तर है गेंदा ते गुलाब दे फुੱਲ खिड़े ਹਨ। अगला प्रश्न है किहड़े किहड़े फुੱਲ खिड़े ਹਨ। इस प्रश्न का उत्तर है गेंदा ते गुलाब दे फुੱਲ खिड़े ਹਨ। अगला प्रश्न है मिठी मिठी पौन आके सुत्तियां उठालियां। काव सतर विच मिठी मिठी शब्दां विचकार किहड़ा विसराम चिन्ह लगा है। सानू पता है कि विसराम चिन्ह ਉਹ चिन्ह हुंदे ਹਨ ਜਿਹੜੇ ਲਿਖਤ ਵਿੱਚ ਠਹਿਰਾਓ ਪ੍ਰਗਟ ਕਰਨ ਲਈ ਵਰਤੇ ਜਾਂਦੇ ਹਨ। ਇਸ ਕਾਵ ਸਤਰ ਦੇ ਵਿੱਚ ਮਿੱਠੀ ਮਿੱਠੀ ਸ਼ਬਦਾਂ ਵਿਚਕਾਰ ਜੋੜਨੀ ਵਿਸਰਾਮ ਚਿੰਨ੍ਹ ਲੱਗਾ ਹੈ, ਜਿਸ ਨੇ ਮਿੱਠੀ ਮਿੱਠੀ ਦੋ ਸ਼ਬਦਾਂ ਨੂੰ ਆਪਸ ਦੇ ਵਿੱਚ ਜੋੜਿਆ ਹੈ। ਅਗਲਾ ਪ੍ਰਸ਼ਨ ਹੈ ਕਤਾਰ ਸ਼ਬਦ किस किस्म का नाम है। इस प्रश्न का उत्तर है कतार शब्द इकट्ठवाचक नाम है, क्योंकि ਜਿਹੜੇ शब्द गिननयोग वस्तुआं दे इकट्ठ ਜਾਂ ਸਮੂਹ ਲਈ ਵਰਤੇ ਜਾਣ ਉਹਨਾਂ ਨੂੰ ਇਕੱਠਵਾਚਕ ਨਾਮ ਆਖਦੇ ਹਨ। ਕਤਾਰ ਸ਼ਬਦ ਇਕੱਠਵਾਚਕ ਨਾਮ है। अगला प्रश्न है बसंत रुੱਤ ਦੇ ਮੌਕੇ ਪੰਛੀ ਹਿੰਡੋਲ ਤੇ ਬਸੰਤ ਰਾਗ ਗਾਉਂਦੇ ਹਨ। ਵਾਕ ਵਿੱਚੋਂ ਕਿਰਿਆ ਚੁਣੋ। ਕਿਰਿਆ ਕਿਸ ਨੂੰ ਆਖਦੇ ਹਨ। ਜਿਹੜੇ ਸ਼ਬਦ ਕਿਸੇ ਕੰਮ ਦਾ ਹੋਣਾ, ਕਰਨਾ ਜਾਂ ਵਾਪਰਨਾ ਆਦਿ ਕਾਲ ਸਹਿਤ ਪ੍ਰਗਟ ਕਰਨ ਉਹ ਕਿਰਿਆ ਅਖਵਾਉਂਦੇ ਹਨ। ਇਸ ਵਾਕ ਦੇ ਵਿੱਚ ਗਾਉਂਦੇ ਹਨ शब्द किरिया ਹਨ। अगला प्रश्न है कवि बसंत ਨੂੰ किस रूप ਵਿੱਚ देखदा है। इस प्रश्न का उत्तर है कवि बसंत ਨੂੰ एक सुंदर इस्त्री ਦੇ रूप ਵਿੱਚ देखदा है। अगला प्रश्न है फुੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ ਹਰੀ ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ। ਕਾਵ ਟੋਟੇ ਦੇ ਸਰਲ ਅਰਥ ਲਿਖੋ। ਇਸ ਪ੍ਰਸ਼ਨ ਦਾ ਉੱਤਰ ਹੈ ਫੁੱਲਾਂ ਭਰੇ ਗਮਲਿਆਂ ਨੂੰ ਜੋੜਿਆ ਕਤਾਰ ਬੰਨ ਹਰੀ ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ। ਕਾਵ ਟੋਟੇ ਦੇ ਸਰਲ ਅਰਥ ਇਹ ਹਨ ਕਿ ਬਸੰਤ ਰੁੱਤ ਦੇ ਸਵਾਗਤ ਵਿੱਚ ਮਾਲੀਆਂ ਨੇ ਹਰੇ ਹਰੇ ਘਾਹ ਦੇ ਵਿਛਾਉਣੇ ਉੱਤੇ ਫੁੱਲਾਂ ਭਰੇ ਗਮਲਿਆਂ ਨੂੰ ਕਤਾਰਾਂ ਬੰਨ੍ਹ ਕੇ ਜੋੜ ਦਿੱਤਾ ਹੈ। ਅਗਲਾ ਪ੍ਰਸ਼ਨ ਹੈ ਬਸੰਤ ਕੌਰ ਦੀਆਂ ਅੱਖਾਂ ਵਿੱਚ ਕੀ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਬਸੰਤ ਕੌਰ ਦੀਆਂ ਅੱਖਾਂ ਵਿੱਚ ਮਸਤੀ ਦੇ ਲਾਲ ਡੋਰੇ ਹਨ। ਅਗਲਾ ਪ੍ਰਸ਼ਨ ਹੈ ਭਰਿਆ ਸ਼ਬਦ ਦਾ ਵਿਰੋਧੀ ਸ਼ਬਦ ਲਿਖੋ। ਇਸ ਪ੍ਰਸ਼ਨ ਦਾ ਉੱਤਰ ਹੈ ਭਰਿਆ ਸ਼ਬਦ ਦਾ ਵਿਰੋਧੀ ਸ਼ਬਦ ਹੈ ਖਾਲੀ। ਅਗਲਾ ਪ੍ਰਸ਼ਨ ਹੈ ਹਰੀ ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ। ਕਾਵ ਸਤਰ ਵਿੱਚ ਹਰੀ ਹਰੀ ਸ਼ਬਦ ਕੀ ਹੈ। ਇਸ ਪ੍ਰਸ਼ਨ ਦਾ ਉੱਤਰ ਹੈ ਹਰੀ ਹਰੀ ਘਾਹ ਦੀ ਵਿਛਾਈ ਉੱਤੇ ਮਾਲੀਆਂ। ਕਾਵ ਸਤਰ ਵਿੱਚ ਹਰੀ ਹਰੀ ਸ਼ਬਦ ਵਿਸ਼ੇਸ਼ਣ ਹੈ, ਕਿਉਂਕਿ ਉਹ ਸ਼ਬਦ ਜੋ ਕਿਸੇ ਨਾਮ ਜਾਂ ਪੜਨਾਮ ਦੇ ਗੁਣ ਔਗਣ, ਵਿਸ਼ੇਸ਼ਤਾ ਜਾਂ ਗਿਣਤੀ ਮਿਣਤੀ ਦੱਸਣ ਉਹਨਾਂ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਹੈ। ਇਸ ਕਾਵ ਸਤਰ ਦੇ ਵਿੱਚ ਹਰੀ ਹਰੀ ਸ਼ਬਦ ਘਾਹ ਦੀ ਵਿਸ਼ੇਸ਼ਤਾ ਨੂੰ ਪ੍ਰਗਟ ਕਰ ਰਹੇ ਹਨ, ਇਸ ਕਰਕੇ ਇਹ ਸ਼ਬਦ ਵਿਸ਼ੇਸ਼ਣ ਹਨ। ਅਗਲਾ ਸ਼ਬਦ ਹੈ ਲਟਭੌਰਿਆਂ ਸ਼ਬਦ ਦਾ ਅਰਥ ਚੁਣੋ। ਇੱਥੇ 3 ਅਰਥ ਦਿੱਤੇ ਹੋਏ ਹਨ। ਆਪਾਂ ਇਹਨਾਂ ਤਿੰਨਾਂ ਅਰਥਾਂ ਦੇ ਵਿੱਚੋਂ ਲਟਭੌਰਿਆਂ ਸ਼ਬਦ ਦਾ
अर्थ चुनना है। पहला अर्थ है मस्ती नाल भरे, दूसरा अर्थ है पत्तियां तो सखने, तीसरा अर्थ है कुर्बान जाना। इस प्रश्न का उत्तर है लटभौरिया शब्द का अर्थ है मस्ती नाल भरे। अगला प्रश्न है बसंत रुत विच लोग डैश रंग पहनते हैं, सही शब्द चुन के खाली थां भरो। इत्थे 3 शब्द दिते हुए हैं। आपां इन्हां तिन्नां शब्दां दे विचों सही शब्द चुन के खाली थां दे विच भरना है। इस प्रश्न का उत्तर है बसंत रुत विच लोग केसरी रंग पहनते हैं। खाली थां दे विच केसरी शब्द आवेगा। अगला प्रश्न है खिड़ खिड़ हसदियां वसिया जहान वेख, गुट्टे उत्ते केसर गुलाब उत्ते लालियां। काव टोटे विच विश्राम चिन्ह लगा के दोबारा लिखो। इस प्रश्न दे विच काव टोटा दिता होया है, पर उस काव टोटे दे विच विश्राम चिन्हां दी वरतों नहीं कीती गई। आपां इस काव टोटे नूं ध्यान नाल देखांगे अते इस दे विच विश्राम चिन्हां दी वरतों करके इस काव टोटे नूं दोबारा लिखांगे। इस काव टोटे दे विच विश्राम चिन्ह लगने हन। खिड़ खिड़ शब्दां दे विचकार जोड़नी विश्राम चिन्ह, हसदियां वसिया जहान वेख, वेख शब्द दे अगे कामा, गुट्टे उत्ते केसर कामा, गुलाब उत्ते लालियां ते लालियां शब्द दे अखीर दे विच डंडी, क्योंकि डंडी पूर्ण विश्राम चिन्ह है। अगला प्रश्न है डाली शब्द का वचन बदलो। डाली शब्द एक वचन है, असी इस शब्द का बहुवचन बनाना है। इस प्रश्न का उत्तर है डाली शब्द का बहुवचन है डालियां। अगला प्रश्न है वह केसरी रंग पहनते हैं। वाक विचों पड़नाव शब्द की चोण करो। पड़नाव शब्द की हुंदा है? वाक विच जिहड़ा शब्द किसी नाम की जगह वरतिया जावे वह पड़नाव अखवाउंदा है। इस वाक दे विच ओह शब्द नाम की थां ते वरतिया गया है, इस करके ओह शब्द पड़नाव शब्द है। अगला प्रश्न है मिठी मिठी हवा ने सुत्तियां डोडियां नूं जगा के फुल्लां दा रूप दे दिता है। वाक विचों किरिया विशेषण शब्द की चोण करो। किरिया विशेषण की हुंदा है? जो शब्द किरिया की विशेषता दसे, अर्थात किरिया का ढंग, समा या स्थान प्रगट करे, उसनूं किरिया विशेषण कहा जाता है। इस वाक दे विच किरिया विशेषण है मिठी मिठी। इस वाक दे विच मिठी मिठी शब्द किरिया विशेषण हन। अगला प्रश्न है सियाल दी रुत है, वाक विचों संबंधक शब्द की चोण करो। संबंधक इसनूं आखदे हन ओह शब्द जो वाक दे नावां ते पड़नावां दा एक दूजे नाल अते होरनां नाल संबंध जोड़न ओह संबंधक अखवाउंदे हन। इस वाक दे विच दी शब्द संबंधक है। अगला प्रश्न है गेंदा अते गुलाब दे फुल खिड़े हन। वाक विचों जोजक शब्द की चोण करो। हुण जोजक शब्द की हुंदे हन? जिहड़े शब्द दो वाकां, दो वाकांशां या
ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਉਹਨਾਂ ਨੂੰ ਯੋਜਕ ਆਖਿਆ ਜਾਂਦਾ ਹੈ। ਇਸ ਵਾਕ ਦੇ ਵਿੱਚ ਗੇਂਦਾਂ ਅਤੇ ਗੁਲਾਬ ਸ਼ਬਦਾਂ ਨੂੰ ਅਤੇ ਸ਼ਬਦ ਨੇ ਆਪਸ ਦੇ ਵਿੱਚ ਜੋੜਿਆ ਹੈ। ਇਸ ਕਰਕੇ ਇਸ ਵਾਕ ਦੇ ਵਿੱਚ ਅਤੇ ਸ਼ਬਦ ਯੋਜਕ ਹੈ। ਅਗਲਾ ਪ੍ਰਸ਼ਨ ਹੈ, ਕਿਹੜੇ ਕਿਹੜੇ ਫੁੱਲ ਖਿੜੇ ਹਨ? ਵਾਕ ਦੀ ਕਿਸਮ ਲਿਖੋ। ਇਸ ਵਾਕ ਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਹੈ। ਇਸ ਕਰਕੇ ਇਸ ਪ੍ਰਸ਼ਨ ਦਾ ਉੱਤਰ ਹੈ ਕਿ ਇਹ ਵਾਕ ਪ੍ਰਸ਼ਨਵਾਚਕ ਵਾਕ ਹੈ। ਬਸੰਤ ਦੀ ਆਮਦ ਤੇ ਰੁੱਖ ਕਿਉਂ ਨਿਹਾਲ ਹੁੰਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਬਸੰਤ ਦੀ ਆਮਦ ਤੇ ਰੁੱਖ ਇਸ ਕਰਕੇ ਨਿਹਾਲ ਹੁੰਦੇ ਹਨ ਕਿਉਂਕਿ ਰੁੱਖਾਂ ਦੀਆਂ ਡਾਲੀਆਂ, ਜਿਨ੍ਹਾਂ ਦੇ ਪੱਤੇ ਸਿਆਲ ਦੇ ਕੱਕਰਾਂ ਨੇ ਝਾੜ ਦਿੱਤੇ ਹੁੰਦੇ ਹਨ, ਬਸੰਤ ਦੇ ਆਉਣ ਨਾਲ ਉਹ ਨਵੇਂ ਪੁੰਗਰੇ ਪੱਤਿਆਂ ਨਾਲ ਭਰ ਜਾਂਦੀਆਂ ਹਨ। ਅਗਲਾ ਪ੍ਰਸ਼ਨ ਹੈ, ਬਸੰਤ ਰੁੱਤ ਮੌਕੇ ਪੰਛੀ ਕਿਹੜਾ ਰਾਗ ਗਾਉਂਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਬਸੰਤ ਰੁੱਤ ਦੇ ਮੌਕੇ ਪੰਛੀ ਹਿੰਡੋਲ ਤੇ ਬਸੰਤ ਰਾਗ ਗਾਉਂਦੇ ਹਨ। ਅਗਲਾ ਪ੍ਰਸ਼ਨ ਹੈ, ਬਸੰਤ ਰੁੱਤ ਆਉਣ ਤੇ ਬੂਟਿਆਂ ਵਿੱਚ ਕਿਹੋ ਜਿਹੀ ਤਬਦੀਲੀ ਆਉਂਦੀ ਹੈ? ਇਸ ਪ੍ਰਸ਼ਨ ਦਾ ਉੱਤਰ ਹੈ, ਬਸੰਤ ਦੇ ਆਉਣ ਨਾਲ ਬੂਟੇ ਹਰੇ ਭਰੇ ਹੋ ਜਾਂਦੇ ਹਨ, ਉਹਨਾਂ ਨੂੰ ਡੋਡੀਆਂ ਨਿਕਲ ਆਉਂਦੀਆਂ ਹਨ ਅਤੇ ਉਹ ਖਿੜ ਜਾਂਦੀਆਂ ਹਨ। ਅਗਲਾ ਪ੍ਰਸ਼ਨ ਹੈ, ਬਸੰਤ ਰੁੱਤ ਵਿੱਚ ਲੋਕ ਕਿਹੜਾ ਰੰਗ ਪਹਿਨਦੇ ਹਨ? ਇਸ ਪ੍ਰਸ਼ਨ ਦਾ ਉੱਤਰ ਹੈ, ਬਸੰਤ ਰੁੱਤ ਵਿੱਚ ਲੋਕ ਕੇਸਰੀ ਰੰਗ ਪਹਿਨਦੇ ਹਨ। ਹੁਣ ਅਸੀਂ ਖਾਲੀ ਥਾਵਾਂ ਭਰਾਂਗੇ, ਕਾਵ ਸਤਰਾਂ ਪੂਰੀਆਂ ਕਰਾਂਗੇ। ਕਵਿਤਾ ਦੀ ਪਹਿਲੀ ਕਾਵ ਸਤਰ ਹੈ, ਡਾਲੀਆਂ ਕਚਾਹ ਵਾਂਗ ਕੂਲੀਆਂ ਨੂੰ ਜਿੰਦ ਪਈ। ਇਸ ਤੋਂ ਅਗਲੀ ਕਾਵ ਸਤਰ ਆਵੇਗੀ, ਆਲਣੇ ਦੇ ਬੋਟਾਂ ਵਾਂਗ ਖੰਭੀਆਂ ਉਛਾਲੀਆਂ। ਅਗਲੀ ਕਾਵ ਸਤਰ ਹੈ, ਖਿੜ ਖਿੜ ਹੱਸਦੀਆਂ ਵਸਿਆ ਜਹਾਨ ਵੇਖ। ਇਸ ਦਾ ਉੱਤਰ ਹੋਵੇਗਾ, ਇਸ ਕਾਵ ਸਤਰ ਤੋਂ ਅਗਲੀ ਕਾਵ ਸਤਰ ਹੋਵੇਗੀ, ਗੁੱਟੇ ਉੱਤੇ ਕੇਸਰ ਗੁਲਾਬ ਉੱਤੇ ਲਾਲੀਆਂ। ਅਗਲੀ ਕਾਵ ਸਤਰ ਹੈ, ਬੁਲਬੁਲ ਫੁੱਲ ਫੁੱਲ ਫੁੱਲਾਂ ਦੇ ਸਦਕੇ ਲਈ। ਇਸ ਤੋਂ ਅਗਲੀ ਕਾਵ ਸਤਰ ਹੋਵੇਗੀ, ਭੋਰੇ ਲੱਟ ਭੌਰਿਆਂ ਨੂੰ ਆਈਆਂ ਖੁਸ਼ਹਾਲੀਆਂ। ਅਗਲੀ ਕਾਵ ਸਤਰ ਹੈ, ਪੰਛੀਆਂ ਨੇ ਗਾਵਿਆ ਹਿੰਡੋਲ ਤੇ ਬਸੰਤ ਰਾਗ। ਇਸ ਤੋਂ ਅਗਲੀ ਕਾਵ ਸਤਰ ਹੋਵੇਗੀ, ਚਿਰਾਂ ਪਿੱਛੋਂ ਰੱਬ ਨੇ ਮੁਰਾਦਾਂ ਨੇ ਵਿਖਾਲੀਆਂ। ਹੁਣ ਅਸੀਂ ਕੁਝ ਚੋਣਵੇਂ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰਾਂਗੇ। ਪਹਿਲਾ ਸ਼ਬਦ ਹੈ ਨਿਹਾਲ। ਨਿਹਾਲ ਸ਼ਬਦ ਦੀ ਵਾਕ ਵਿੱਚ ਵਰਤੋਂ ਹੈ, ਕੀਰਤਨ ਸੁਣ ਕੇ ਸੰਗਤਾਂ ਨਿਹਾਲ ਹੋ ਗਈਆਂ। ਅਗਲਾ ਸ਼ਬਦ ਹੈ ਜਹਾਨ। ਸਾਰਾ ਜਹਾਨ ਸ਼ਾਂਤੀ ਚਾਹੁੰਦਾ ਹੈ। ਅਗਲਾ ਸ਼ਬਦ ਹੈ ਸਦਕੇ। ਸਦਕੇ ਸ਼ਬਦ ਦਾ ਵਾਕ ਹੈ, ਮਾਂ ਆਪਣੇ ਪੁੱਤਰ ਤੋਂ ਵਾਰ-ਵਾਰ ਸਦਕੇ ਜਾਂਦੀ ਹੈ। ਅਗਲਾ ਸ਼ਬਦ ਹੈ ਮੁਰਾਦ। ਮੁਰਾਦ ਸ਼ਬਦ ਦਾ ਵਾਕ ਹੈ, ਰੱਬ ਨੇ ਮੇਰੀ ਮੁਰਾਦ ਪੂਰੀ ਕੀਤੀ। ਅਗਲਾ ਸ਼ਬਦ ਹੈ ਕਤਾਰ। ਕਤਾਰ ਸ਼ਬਦ ਦਾ ਵਾਕ ਹੈ, ਸਾਰੇ ਬੱਚੇ ਇੱਕ ਕਤਾਰ ਵਿੱਚ ਖੜੇ ਹੋ ਗਏ। ਇਹ ਸੀ 6ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਿਲ ਆਧੁਨਿਕ ਕਵੀ ਧਨੀ ਰਾਮ ਚਾਤ੍ਰਿਕ ਜੀ ਦੀ ਲਿਖੀ ਹੋਈ ਕਵਿਤਾ
ਬਸੰਤ, ਜਿਸ ਵਿੱਚ ਕਵੀ ਨੇ ਬਸੰਤ ਰੁੱਤ ਦਾ ਵਰਣਨ ਕੀਤਾ ਹੈ। ਧੰਨਵਾਦ।